ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦੇ ਵਿੱਚ ਇਹ ਗੱਲ ਸਮਝਾਈ ਗਈ ਹੈ ਕਿ ਪਰਮਾਤਮਾ ਦੀ ਭਗਤੀ ਜਿਹੜੀ ਹੈ ਉਹਦੇ ਬੱਚੇ ਨੇ ਕਰਨੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਪਰਮਾਤਮਾ ਦੀ ਭਗਤੀ ਮਨ ਕਰ ਸਕਦਾ ਹੈ, ਸਰੀਰ ਨਹੀਂ ਕਰ ਸਕਦਾ। ਕਿਉਂਕਿ ਸਰੀਰ ਤੇ ਮਨ ਜੋ ਹੈ ਇੱਕ ਵੱਖਰੀ ਵੱਖਰੀ ਚੀਜ਼ ਹੈ। ਸਰੀਰ ਇੱਕ ਮਿੱਟੀ ਹੈ, ਇੱਕ ਮਿੱਟੀ ਦਾ ਪੁਤਲਾ ਹੈ ਜਿਹਨੂੰ ਬਾਣੀ ਕਹਿੰਦੀ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ। ਤੇ ਮਨ ਉਹ ਪ੍ਰਕਾਸ਼ ਰੂਪ ਹੈ ਜਿਹੜਾ ਪ੍ਰਮਾਤਮਾ ਤੋਂ ਪੈਦਾ ਹੋਇਆ, ਜਿਹਨੂੰ ਅਸੀਂ ਕਹਿੰਦੇ ਹਾਂ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਮਨ ਪ੍ਰਕਾਸ਼ ਤੋਂ ਪੈਦਾ ਹੁੰਦਾ ਹੈ ਤੇ ਸਰੀਰ ਜਿਹੜਾ ਹੈ ਉਹ ਸਰੀਰ ਦੇ ਵਿੱਚੋਂ ਪੈਦਾ ਹੁੰਦਾ ਹੈ। ਇਸ ਕਰਕੇ ਸਾਡੀ ਜਿਹੜੀ ਅਸਲ ਪਹਿਚਾਣ ਹੈ ਉਹ ਮਨ ਦੇ ਨਾਲ ਹੈ। ਸਰੀਰ ਸਾਨੂੰ ਕੁਝ ਸਮੇਂ ਵਾਸਤੇ ਮਿਲਦਾ ਹੈ, ਇਹ ਸਰੀਰ ਨੂੰ ਛੱਡ ਕੇ ਫਿਰ ਮਨ ਵਾਪਸ ਦਰਗਾਹ ਦੇ ਵਿੱਚ ਜਾਂਦਾ ਹੈ ਤੇ ਇਹਦਾ ਲੇਖਾ ਜੋਖਾ ਹੁੰਦਾ ਹੈ। ਇਹ ਮਨ ਜਿਹੜਾ ਹੈ ਇਹ ਪ੍ਰਕਾਸ਼ ਤੋਂ ਪੈਦਾ ਹੋਇਆ ਹੈ। ਸੰਸਾਰ ਦੀ ਮੈਲ ਲੱਗਣ ਕਾਰਨ ਕਈ ਤਰੀਕਿਆਂ ਦੇ ਨਾਲ ਸੰਸਾਰ ਦੇ ਵਿੱਚ ਜਨਮਾਂ 'ਚ ਜਿਹੜੀ ਮੈਲ ਲੱਗਦੀ ਹੈ, ਉਸ ਮੈਲ ਦੇ ਕਰਕੇ ਇਹ ਪਰਮਾਤਮਾ ਜਿਹੜਾ ਹੈ ਮਾਲਕ ਨੂੰ ਇਹ ਮਨ ਚੰਗਾ ਨਹੀਂ ਲੱਗਦਾ। ਜਿਵੇਂ ਸਰੀਰ ਨੂੰ ਮਿੱਟੀ ਲੱਗ ਜਾਵੇ ਤੇ ਸੰਸਾਰ ਨੂੰ ਅਸੀਂ ਚੰਗੇ ਨਹੀਂ ਲੱਗਦੇ, ਇਸੇ ਤਰੀਕੇ ਨਾਲ ਜਦੋਂ ਮਨ ਨੂੰ ਮੈਲ ਲੱਗ ਜਾਵੇ ਤੇ ਮੈਲਾ ਮਨ ਜਿਹੜਾ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਦਾ। ਇਸ ਕਰਕੇ ਉਹ ਬਾਰ-ਬਾਰ ਇਹਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਕਿ ਆਪਣੇ ਮਨ ਨੂੰ ਨਿਰਮਲ ਕਰਕੇ ਆ, ਇਹਨੂੰ ਸਾਫ਼ ਕਰਕੇ ਆ। ਤੇ ਮਨ ਦੀ ਮੈਲ ਕਦੇ ਵੀ ਪਾਣੀ ਨਾਲ ਨਹੀਂ ਉਤਰਦੀ। ਮਨ ਨੂੰ ਧੋਣ ਵਾਸਤੇ ਸੱਚਾ ਨਾਮ ਚਾਹੀਦਾ ਹੈ। ਨਾਮ ਨੂੰ ਪਹਿਚਾਨਣ ਵਾਸਤੇ ਸਾਨੂੰ ਸੰਤਾਂ ਦੀ, ਸਾਧੂ ਦੀ ਸ਼ਰਨ ਕਰਨੀ ਪੈਂਦੀ, ਜਿਹਨੂੰ ਪਾਤਸ਼ਾਹ ਬਾਣੀ 'ਚ ਕਹਿੰਦੀ ਹੈ ਜਿਸ ਵਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ। ਸੋ ਇੱਕ ਇਹ ਸਾਰਾ ਪ੍ਰੋਸੈਸ ਸਾਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਹੋਇਆ ਹੈ। ਇਸ ਕਰਕੇ ਜਿੰਨਾ ਚਿਰ ਤੱਕ ਮਨ ਨਿਰਮਲ ਨਹੀਂ ਹੁੰਦਾ, ਮਨ ਦੀ ਮੈਲ ਨਹੀਂ ਉਤਰਦੀ, ਮਨ ਅਸਥੂਲ ਤੋਂ ਮੈਲੇ ਤੋਂ ਪ੍ਰਕਾਸ਼ ਰੂਪ ਨਹੀਂ ਬਣ ਜਾਂਦਾ, ਉਹਨਾਂ ਚਿਰ ਤੱਕ ਇਹ ਪਰਮਾਤਮਾ ਦੇ ਵਿੱਚ ਨਹੀਂ ਸਮਾ ਸਕਦਾ। ਉਸ ਪਰਮਾਤਮਾ ਵਿੱਚ ਸਮਾਉਣ ਵਾਸਤੇ ਇਹਨੂੰ ਪ੍ਰਕਾਸ਼ ਰੂਪ ਹੋਣਾ ਪਏਗਾ, ਜਿਹਨੂੰ ਬਾਣੀ ਕਹਿੰਦੀ ਹੈ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ। ਉਹ ਬੂੰਦ ਜਦੋਂ ਸਾਗਰ ਵਿੱਚ ਜਾ ਕੇ ਸਮਾ ਜਾਏਗੀ ਫਿਰ ਇਹਦਾ ਆਪਣਾ ਆਪ ਖਤਮ ਹੋ ਜਾਏਗਾ। ਇਸ ਕਰਕੇ ਅਸੀਂ ਪਹਿਲਾਂ ਇਸ ਗੱਲ ਨੂੰ ਸਮਝੀਏ ਕਿ ਫਿਰ ਉਹ ਪਰਮਾਤਮਾ ਦੀ ਭਗਤੀ ਅਸੀਂ ਕਰਨੀ ਕਿਵੇਂ ਹੈ, ਮਨ ਨੂੰ ਨਿਰਮਲ ਕਰੀਦਾ ਕਿਵੇਂ, ਕਿਵੇਂ ਇਹਨੂੰ ਸਾਫ਼ ਕਰੀਦਾ। ਅਸੀਂ ਸਰੀਰ ਨੂੰ ਧੋ ਲੈਂਦੇ ਹਾਂ, ਬਾਰ-ਬਾਰ ਪਾਣੀ ਦੇ ਨਾਲ ਧੋਂਦੇ ਹਾਂ, ਤੇ ਪਾਤਸ਼ਾਹ ਕਹਿੰਦੇ ਆ ਸਰੀਰ ਨੂੰ ਧੋਣ ਦੇ ਨਾਲ ਕਦੇ ਮਨ ਸਾਫ਼ ਨਹੀਂ ਹੁੰਦਾ। ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਸ ਕਰਕੇ ਮਨ ਨੂੰ ਧੋਣ ਵਾਸਤੇ ਪਾਤਸ਼ਾਹ ਕਹਿੰਦੇ ਆ ਭਰੀਏ ਮਤ ਪਾਪਾ ਕੇ ਸੰਗ, ਉਹ ਧੋਪੈ ਨਾਵੇਂ ਕੇ ਰੰਗ। ਨਾਮ ਦਾ ਰੰਗ ਚਾੜ ਕੇ ਮਨ ਦੀ ਮੈਲ ਨੂੰ ਉਤਾਰਿਆ ਜਾ ਸਕਦਾ ਹੈ। ਫਿਰ ਉਹ ਮਨ ਪ੍ਰਕਾਸ਼ ਰੂਪ ਹੁੰਦਾ ਹੈ ਤੇ ਫਿਰ ਉਹ ਮਾਲਕ ਨੂੰ ਧਿਆ ਕੇ ਉਹਦੇ ਵਿੱਚ ਸਮਾਉਂਦਾ ਹੈ, ਨਾਮ 'ਚ ਸਮਾਉਂਦਾ ਹੈ, ਮਾਲਕ ਵਿੱਚ ਸਮਾਉਂਦਾ ਹੈ। ਕਿਉਂਕਿ ਮਨ ਨੇ ਹੀ ਪਰਮਾਤਮਾ ਨੂੰ ਧਿਆਉਣਾ ਹੈ। ਗੁਰਬਾਣੀ 'ਚ ਅਨੇਕਾਂ ਫਰਮਾਨ ਨੇ ਜਿੱਥੇ ਦੱਸਿਆ ਕਿ ਸਰੀਰ ਨਹੀਂ ਕਦੇ ਵੀ ਧਿਆ ਸਕਦਾ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਰਾਮ ਸਿਮਰ ਪਛਤਾਏਗਾ ਮਨ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਮਨ ਨੂੰ ਕਿਹਾ ਕਿ ਤੂੰ ਪਰਮਾਤਮਾ ਦੇ ਨਾਲ ਜੁੜਿਆ ਰਹਿ। ਇਸ ਕਰਕੇ ਅਸੀਂ ਇਸ ਗੱਲ ਨੂੰ ਸਮਝੀਏ ਕਿ ਮਨ ਦੀ ਮੈਲ ਨੂੰ ਮਨ ਕਿਵੇਂ ਉਤਾਰ ਸਕਦਾ ਹੈ, ਕਿਹੜਾ ਤਰੀਕਾ। ਇਹ ਤਾਂ ਚਲੋ ਅਸੀਂ ਸਮਝ ਲਿਆ ਕਿ ਨਾਮ ਦੇ ਦੁਆਰਾ ਮਨ ਦੀ ਮੈਲ ਉਤਰਦੀ ਹੈ, ਕਿਉਂਕਿ ਇਹ ਵੀ ਇੱਕ ਭਗਤੀ ਹੈ। ਇਹ ਭਗਤੀ ਕਰਕੇ ਹੀ ਅਸੀਂ ਮਨ ਦੀ ਮੈਲ ਨੂੰ ਉਤਾਰ ਸਕਦੇ ਹਾਂ। ਪਰ ਅਸੀਂ ਇਹ ਗੱਲ ਸਮਝੀਏ ਕਿ ਭਗਤੀ ਕਰਨੀ ਕਿਵੇਂ। ਕੋਈ ਕਹਿੰਦਾ ਮੁੱਖੋਂ ਬੋਲ ਕੇ ਕਰੋ, ਕੋਈ ਕਹਿ ਰਿਹਾ ਕੰਨ ਦੇ ਨਾਲ ਸੁਣੋ, ਕੋਈ ਤਰੀਕਾ ਦੱਸਦਾ, ਕੋਈ ਕਿਸੇ ਤਰੀਕੇ ਦੱਸਦਾ, ਕੋਈ ਕਹਿੰਦਾ ਤੀਰਥਾਂ ਤੇ ਜਾਓ, ਉੱਥੇ ਜਾ ਕੇ ਮੈਲ ਉਤਰ ਜਾਏਗੀ। ਪਰ ਬਾਣੀ ਕਹਿੰਦੀ ਕਿ ਤੀਰਥਾਂ ਤੇ ਜਾ ਕੇ ਕਦੇ ਵੀ ਮੈਲ ਨਹੀਂ ਉਤਰਦੀ, ਕਿਉਂਕਿ ਤੀਰਥਾਂ ਤੇ ਜਾ ਕੇ ਵੀ ਸਰੀਰ ਦਾ ਇਸ਼ਨਾਨ ਹੁੰਦਾ ਹੈ, ਮਨ ਦਾ ਨਹੀਂ ਹੁੰਦਾ। ਜਿਵੇਂ ਪਾਤਸ਼ਾਹ ਬਾਣੀ 'ਚ ਕਹਿੰਦੇ ਕੋਟ ਮੱਜਣ ਤੀਰਥ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਵੀ ਕਲਯੁਗ ਵਿੱਚ ਅਸੀਂ ਮੈਲ ਨਾਲ ਭਰ ਜਾਂਦੇ ਹਾਂ, ਕਿਉਂਕਿ ਮਨ ਦੀ ਮੈਲ ਨਹੀਂ ਉਤਰਦੀ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀਏ ਸੋਰ। ਪਾਤਸ਼ਾਹ ਕਹਿੰਦੇ ਆ ਲਾਉਣੀ ਤੇ ਦੂਰ ਦੀ ਗੱਲ, ਅਸੀਂ ਹੋਰ ਚੜਾ ਕੇ ਆ ਜਾਂਦੇ ਹਾਂ। ਅਸੀਂ ਪਹਿਲਾਂ ਇਸ ਗੱਲ ਨੂੰ ਸਮਝੀਏ ਕਿ ਪਾਤਸ਼ਾਹ ਨੇ ਸਾਨੂੰ ਬਾਣੀ 'ਚ ਦੱਸਿਆ ਹੈ ਕਿ ਨਦਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਸ ਆਵੇ, ਨਦਰੀ ਮਨ ਨਿਰਮਲ ਹੋਵੇ। ਨਦਰ ਕਹਿੰਦੇ ਆ ਅੱਖਾਂ ਨੂੰ, ਨੇਤਰਾਂ ਨੂੰ। ਪਾਤਸ਼ਾਹ ਕਹਿੰਦੇ ਆ ਨੇਤਰਾਂ ਦੇ ਦੁਆਰਾ ਹੀ
ਮਨ ਨਿਰਮਲ ਕੀਤਾ ਜਾ ਸਕਦਾ ਹੈ। ਨਦਰੀ ਇਹ ਮਨ ਵਸ ਆਵੇ, ਨਦਰੀ ਮਨ ਨਿਰਮਲ ਹੋਏ। ਨੇਤਰਾਂ ਦੇ ਦੁਆਰਾ ਕਹਿੰਦੇ ਮਨ ਨੂੰ ਵਸ 'ਚ ਕੀਤਾ ਜਾ ਸਕਦਾ ਹੈ। ਨੇਤਰਾਂ ਦੇ ਦੁਆਰਾ ਇਹ ਮਨ ਨੂੰ ਗੰਢ ਪਾਈ ਜਾ ਸਕਦੀ ਹੈ। ਇਸ ਕਰਕੇ ਅਸੀਂ ਕਿਸੇ ਵੀ ਸਰੀਰਕ ਅੰਗ ਦੇ ਨਾਲ ਆਪਣੇ ਮਨ ਦੀ ਮੈਲ ਨੂੰ ਉਤਾਰ ਨਹੀਂ ਸਕਦੇ। ਜੇ ਅਸੀਂ ਕਹੀਏ ਕਿ ਮੁੱਖੋਂ ਜਪ ਕੇ ਅਸੀਂ ਮਨ ਦੀ ਮੈਲ ਉਤਾਰ ਲਈਏ, ਮੂੰਹ ਦੇ ਨਾਲ ਉਤਾਰ ਦਈਏ, ਤੇ ਗੁਰੂ ਪਿਆਰੇ ਹੋ ਸਕਦਾ ਹੈ ਕਿ ਅਸੀਂ ਮੁੱਖੋਂ ਬੋਲਦੇ ਰਹੀਏ, ਮਨ ਸਾਡਾ ਕਿਤੇ ਦਾ ਕਿਤੇ ਚਲਾ ਜਾਵੇ। ਕੰਨਾਂ ਦੇ ਨਾਲ ਸੁਣਦੇ ਰਹੀਏ, ਮਨ ਕਿਤੇ ਦਾ ਕਿਤੇ ਚਲਾ ਜਾਵੇ। ਕਿਉਂਕਿ ਉਤਾਰਨੀ ਮੈਲ ਤੇ ਅਸੀਂ ਮਨ ਦੀ ਹੈ, ਤੇ ਮਨ ਵਸ 'ਚ ਆਵੇਗਾ ਤੇ ਫੇਰ ਹੀ ਉਹਦੀ ਮੈਲ ਉਤਰੇਗੀ। ਜਿਸ ਚੀਜ਼ ਦੀ ਮੈਲ ਉਤਾਰਨੀ ਉਹਨੂੰ ਪਕੜ 'ਚ ਕਰਾਂਗੇ ਤੇ ਉਹ ਫੇਰ ਹੀ ਗੁਰੂ ਪਿਆਰੇ ਉਹਦੀ ਮੈਲ ਉਤਰੇਗੀ। ਤੇ ਗੁਰਬਾਣੀ ਕਹਿੰਦੀ ਹੈ ਨੇਤਰਾਂ ਦੇ ਵਿੱਚ ਮਨ ਬੈਠਾ ਹੈ। ਇਹ ਨੇਤਰੋ ਮੇਰੇ ਹਰ ਤੁਮੈ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਨੇਤਰਾਂ ਦੇ ਵਿੱਚ ਮਨ ਬੈਠਾ ਹੈ ਤੇ ਪਾਤਸ਼ਾਹ ਕਹਿੰਦੇ ਨਦਰੀ ਇਹ ਮਨ ਵਸ ਆਵੇ। ਨੇਤਰਾਂ ਦੇ ਦੁਆਰਾ ਹੀ ਇਹਨੂੰ ਵਸ 'ਚ ਕੀਤਾ ਜਾ ਸਕਦਾ। ਇਸ ਕਰਕੇ ਜਿਹੜਾ ਨਦਰੀ ਗੁਰੂ ਪਿਆਰਿਓ ਇਹ ਕਨਸੈਪਟ ਹੈ ਨਾ, ਅਸੀਂ ਹੁਣ ਥੋੜਾ ਜਿਹਾ ਪਹਿਲਾਂ ਇਸ ਗੱਲ ਨੂੰ ਸਮਝ ਲਈਏ। ਇਸ ਮਨ ਨੂੰ ਮੈਲ ਲੱਗਦੀ ਕਿਵੇਂ ਹੈ? ਇਸ ਸਰੀਰ ਦਾ ਕਿਹੜਾ ਐਸਾ ਤਰੀਕਾ ਜਿਹਦੇ ਨਾਲ ਮਨ ਮੈਲਾ ਹੁੰਦਾ ਹੈ? ਅਸੀਂ ਕਹਿੰਦੇ ਹਾਂ ਕਿ ਜੇ ਅਸੀਂ ਕਿਸੇ ਦੀ ਨਿੰਦਿਆ ਕਰੀਏ ਜੀਭਾ ਦੇ ਨਾਲ ਤੇ ਸਾਡਾ ਮਨ ਮੈਲਾ ਹੁੰਦਾ। ਪਰ ਅਸੀਂ ਇਸ ਗੱਲ ਨੂੰ ਸਮਝੀਏ ਕਿ ਮੁੱਖ ਬਾਅਦ 'ਚ ਬੋਲਦਾ ਹੈ, ਪਹਿਲਾਂ ਨੇਤਰ ਉਹਦੀ ਪਹਿਚਾਣ ਕਰਦੇ। ਹੁਣ ਇਸ ਸੰਸਾਰ 'ਚ ਕਿੰਨੇ ਜੀਵ ਵਸਦੇ ਆ, ਅਸੀਂ ਸਿਰਫ ਉਹਨਾਂ ਦੀ ਹੀ ਨਿੰਦਿਆ ਕਰ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਇਹਨਾਂ ਨੇਤਰਾਂ ਦੇ ਦੁਆਰਾ ਦੇਖਿਆ, ਉਹਨਾਂ ਨੂੰ ਪਹਿਚਾਨਿਆ। ਕਿਉਂਕਿ ਪਹਿਚਾਨਿਆ ਜਿਹੜੇ ਸਾਡੀ ਜਾਣ ਪਹਿਚਾਣਦੇ, ਅਸੀਂ ਉਹਦੀ ਨਿੰਦਿਆ ਕਰਦੇ ਹਾਂ, ਹੋਰ ਕਿਸੇ ਦੀ ਥੋੜ੍ਹੀ ਕਰਦੇ ਹਾਂ। ਸੜਕਾਂ ਤੇ ਕਿੰਨੇ ਲੋਕ ਆਉਂਦੇ ਜਾਂਦੇ ਆ, ਇਹਨਾਂ ਕੰਨਾਂ ਦੇ ਨਾਲ ਅਸੀਂ ਉਹਦੀ ਨਿੰਦਿਆ ਹੀ ਸੁਣਦੇ ਜਿਹਨੂੰ ਅਸੀਂ ਜਾਣਦੇ ਹਾਂ, ਤੇ ਜਾਣਾਂਗੇ ਅਸੀਂ ਤਾਂ ਹੀ ਜੇ ਅਸੀਂ ਨੇਤਰਾਂ ਦੇ ਦੁਆਰਾ ਦੇਖਿਆ ਹੋਵੇਗਾ। ਸੋ ਮੈਲ ਲੱਗਣ ਦੀ ਵਜ੍ਹਾ ਵੀ ਸਾਡੇ ਨੇਤਰ ਹੀ ਹੈ। ਜੇ ਅਸੀਂ ਕਹੀਏ ਕਿ ਅਸੀਂ ਮੁੱਖੋਂ ਮੈਲ ਨੂੰ ਉਤਾਰਨਾ ਹੈ, ਤੇ ਜੇ ਮੰਨ ਲਓ ਕੋਈ ਬੰਦਾ ਗੂੰਗਾ ਹੋਵੇ, ਹੁਣ ਨੇਤਰਾਂ ਦੇ ਨਾਲ ਕੋਈ ਬੰਦਾ ਕਿਸੇ ਚੀਜ਼ ਨੂੰ ਵੇਖੀ ਜਾ ਰਿਹਾ, ਵੇਖ ਕੇ ਕੋਈ ਪਰਾਇਆ ਤਨ ਵੇਖ ਲਏਗਾ, ਕਾਮ ਦੀ ਵਾਸ਼ਨਾ ਜਾਗ ਜਾਏਗੀ ਅੰਦਰ, ਵੇਖ ਕੇ ਕ੍ਰੋਧ ਆ ਜਾਏਗਾ, ਵੇਖ ਕੇ ਮੋਹ ਪੈ ਜਾਏਗਾ, ਲੋਭ ਆ ਜਾਏਗਾ, ਹੰਕਾਰ ਵੀ ਆ ਸਕਦਾ ਹੈ। ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਵੇਖ ਕੇ ਮੈਲ ਨਾਲ ਭਰਦਾ ਜਾਏਗਾ, ਪਰ ਮੁੱਖ ਉਹਦਾ ਕੰਮ ਨਹੀਂ ਕਰੇਗਾ, ਤੇ ਉਹ ਬੰਦਾ ਫਿਰ ਮੈਲ ਉਤਾਰ ਹੀ ਨਹੀਂ ਸਕਦਾ। ਉਹਦੀ ਜੀਭਾ ਜਦੋਂ ਕੰਮ ਹੀ ਨਹੀਂ ਕਰਦੀ, ਫਿਰ ਮੈਲ ਉਤਾਰੇਗਾ ਕਿਵੇਂ? ਰਸਨਾ ਦੇ ਨਾਲ, ਜੇ ਅਸੀਂ ਮੰਨਦੇ ਇਸ ਗੱਲ ਨੂੰ ਕਿ ਰਸਨਾ ਨਾਲ ਬੋਲ ਕੇ ਮੈਲ ਉਤਰਨੀ ਹੈ, ਉਹ ਤੇ ਵਿਚਾਰਾ ਵੇਖ ਕੇ ਮੈਲ ਨਾ ਭਰ ਜੂਗਾ, ਤੇ ਜੀਭਾ ਉਹਦੀ ਕੰਮ ਨਹੀਂ ਕਰਦੀ, ਮੈਲ ਫਿਰ ਉਤਰਨੀ ਨਹੀਂ। ਜੀਭਾ ਕੰਮ ਕਰਦੀ ਹੋਏ ਜੇ ਕੋਈ ਬੰਦਾ ਬੋਲਾ ਹੋਵੇ, ਅੱਖਾਂ ਦੇ ਨਾਲ ਦੇਖ ਕੇ ਮੈਲ ਚੜੀ ਜਾਊਗਾ, ਤੇ ਕੰਨ ਉਹਦੇ ਕੰਮ ਨਹੀਂ ਕਰਦੇ, ਫਿਰ ਕਿਵੇਂ ਉਹ ਆਪਣੀ ਮੈਲ ਨੂੰ ਉਤਾਰੇਗਾ? ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਜੇ ਕੋਈ ਬੰਦਾ ਅੰਨਾ ਹੋਵੇ, ਉਹਦੇ ਚਾਂਸ ਪੂਰੇ ਬਣਦੇ ਆ ਕਿ ਉਹ ਬੰਦੇ ਨੂੰ ਸੰਸਾਰ 'ਚ ਮੈਲ ਨਹੀਂ ਲੱਗ ਸਕਦੀ, ਕਿਉਂਕਿ ਉਹ ਸਰੀਰਕ ਤੌਰ ਤੇ ਸੰਸਾਰ ਦੇ ਵਿੱਚ ਹੈ, ਉਹਦਾ ਸੰਸਾਰ ਦੇ ਨਾਲ ਕੋਈ ਨਾਤਾ ਨਹੀਂ ਹੈ। ਉਹਨੂੰ ਕੋਈ ਪਤਾ ਨਹੀਂ ਹੈ ਮੇਰਾ ਕਿਹੜਾ ਪਰਿਵਾਰ ਹੈ, ਉਹਨੂੰ ਕੋਈ ਪਤਾ ਨਹੀਂ ਆ ਮੇਰਾ ਘਰ ਹੈ। ਨਾ ਉਹਦਾ ਘਰ ਨਾਲ ਮੋਹ ਪੈਣਾ, ਨਾ ਉਹਦਾ ਮਾਂ ਪਿਓ ਨਾਲ ਮੋਹ ਪੈਣਾ, ਕਿਉਂਕਿ ਉਹਨੇ ਦੇਖਿਆ ਹੀ ਨਹੀਂ ਕਿਸੇ ਨੂੰ। ਨਾ ਉਹਦਾ ਬੱਚਿਆਂ ਨਾਲ ਮੋਹ ਪੈ ਸਕਦਾ, ਜੇ ਉਹਦਾ ਵਿਆਹ ਵੀ ਹੋਏਗਾ, ਬੱਚੇ ਵੀ ਹੋਏਗਾ, ਕਿਉਂਕਿ ਦੇਖਿਆ ਹੀ ਨਹੀਂ ਉਹਨੇ। ਨਾ ਉਹ ਕਿਸੇ ਦੀ ਨਿੰਦਿਆ ਕਰ ਸਕਦਾ, ਕਿ ਉਹ ਕਿਸੇ ਨੂੰ ਪਹਿਚਾਣਦਾ ਹੀ ਨਹੀਂ, ਉਹ ਕਿਸੇ ਨੂੰ ਜਾਣਦਾ ਹੀ ਨਹੀਂ, ਉਹਨੂੰ ਕੀ ਪਤਾ ਕਿਹਦੀ ਨਿੰਦਿਆ ਕਰ ਰਹੇ ਹੋ ਤੁਸੀਂ। ਕਿਉਂਕਿ ਜਿਹੜੀ ਚੀਜ਼ ਨੂੰ ਆਪਾਂ ਦੇਖਿਆ ਹੀ ਨਹੀਂ, ਉਹਦੇ ਨਾਲ ਮੋਹ ਕਿਵੇਂ ਪਏਗਾ? ਹੁਣ ਇੱਕ ਬੈਂਕ ਦੇ ਵਿੱਚ ਇੱਕ ਬੰਦਾ ਕੈਸ਼ ਗਿਣਦਾ ਹੈ, ਕੈਸ਼ੀਅਰ ਹੈ, ਉਹਦੇ ਹੱਥ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਰੋਜ਼ ਨਿਕਲਦੇ ਆ, ਕੀ ਉਹਦਾ ਮੋਹ ਪੈਂਦਾ ਉਹਦੇ ਨਾਲ? ਕਿਉਂ ਨਹੀਂ ਪੈਂਦਾ? ਕਿਉਂਕਿ ਉਹ ਉਹਨਾਂ ਨੂੰ ਆਪਣਾ ਮੰਨਦਾ ਹੀ ਨਹੀਂ, ਉਹਨਾਂ ਪੈਸਿਆਂ ਨੂੰ। ਇਸ ਕਰਕੇ ਜਿਹੜਾ ਬੰਦਾ ਨੇਤਰਾਂ ਤੋਂ ਹੀ ਨਾ, ਉਹ ਮੋਹ ਮਾਇਆ ਦੇ ਵਿੱਚ ਵੀ ਨਹੀਂ ਫਸ ਸਕਦਾ, ਕਿਉਂਕਿ ਉਹਨੇ ਮਾਇਆ ਨੂੰ ਕਰਨਾ ਹੀ ਕੀ? ਉਹ ਤਾਂ ਸੰਸਾਰ ਦੇ ਵਿੱਚ ਕਿੱਥੇ ਪੈਸਾ ਵਰਤੇਗਾ? ਉਹਨੇ ਸੰਸਾਰ ਨੂੰ ਜਦੋਂ ਦੇਖਿਆ ਹੀ ਨਹੀਂ। ਇਸ ਕਰਕੇ ਮੇਨ ਵਜ੍ਹਾ ਆ ਮਨ ਨੂੰ ਮੈਲ ਚੜ੍ਹਨ ਦੀ, ਉਹ ਹੈ ਨੇਤਰ ਸਾਡੇ, ਅੱਖਾਂ ਸਾਡੀਆਂ। ਤੇ ਇਸੇ ਕਰਕੇ ਇਹਨਾਂ ਨੇਤਰਾਂ ਦੇ ਨਾਲ ਹੀ ਮੈਲ ਚੜ੍ਹਦੀ ਹੈ, ਤੇ ਇਹਨਾਂ ਨੇਤਰਾਂ ਦੇ ਨਾਲ ਹੀ ਅਸੀਂ ਮੈਲ ਨੂੰ ਉਤਾਰ ਸਕਦੇ ਹਾਂ। ਸਿਰਫ ਉਹਦੇ ਵਾਸਤੇ ਸਾਨੂੰ ਕਨਸੈਪਟ ਸਿੱਖਣਾ ਪੈਂਦਾ, ਜਿਹਨੂੰ ਪਾਤਸ਼ਾਹ ਕਹਿੰਦੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਕਹਿੰਦੇ ਇਹਨਾਂ ਨੇਤਰਾਂ ਨੇ ਹੀ ਉਹ ਕੰਮ ਕਰਨ ਲੱਗ ਪੈਣਾ। ਸਿਰਫ ਉਹ ਗਿਆਨ ਦਾ ਸੁਰਮਾ ਇਹਨਾਂ ਨੇਤਰਾਂ ਦੇ ਵਿੱਚ ਪਾ ਲੈ, ਇਹਨਾਂ ਨੇਤਰਾਂ ਨੂੰ ਤੂੰ ਆਪਣੇ ਵੱਸ 'ਚ ਕਰ ਲੇਂਗਾ। ਜਦੋਂ ਇਹੀ ਨੇਤਰਾਂ ਦੀ ਮੈਲ ਚਾੜੀ ਹੈ, ਤੇ ਇਹਨਾਂ ਨੇਤਰਾਂ ਦੀ ਮੈਲ ਉਤਾਰ ਦੇਣੀ। ਕਿਵੇਂ? ਪਹਿਲਾਂ ਇਹ ਨੇਤਰ ਆਕਾਰਾਂ ਨੂੰ ਦੇਖਦੇ ਸੀ, ਮੈਲ ਚੜ ਗਈ। ਹੁਣ ਇਹੀ ਨੇਤਰ ਨਿਰਾਕਾਰ ਨੂੰ ਦੇਖਣਗੇ ਤੇ ਮੈਲ ਉਤਰ ਜਾਏਗੀ। ਸਿਰਫ ਇੰਨਾ ਕੁ ਕਨਸੈਪਟ ਹੈ।
ਇਸ ਕਰਕੇ ਪਾਤਸ਼ਾਹ ਬਾਰ-ਬਾਰ ਬਾਣੀ ਦੇ ਵਿੱਚ ਕਹਿੰਦੇ ਆ ਕਿ ਤੂੰ ਉਹਨਾਂ ਦੀ ਸ਼ਰਨ ਵਿੱਚ ਜਾ ਜਿਨ੍ਹਾਂ ਦੇ ਮਨ ਨਿਰਮਲ ਹੋ ਚੁੱਕੇ ਆ, ਜਿਹੜੇ ਉਸ ਸੱਚ 'ਚ ਸਮਾ ਚੁੱਕੇ ਆ। ਉਹ ਤੈਨੂੰ ਉਹ ਤਰੀਕਾ ਦੱਸ ਦੇਣਗੇ ਤੇ ਆਪਣੇ ਆਪ ਹੀ ਤੇਰਾ ਮਨ ਜਿਹੜਾ ਉਹ ਨਿਰਮਲ ਹੋ ਜਾਏਗਾ। ਮਨ ਨਿਰਮਲ ਹੋ ਗਿਆ ਤੇ ਮਨ ਪ੍ਰਕਾਸ਼ ਰੂਪ ਹੋ ਜਾਏਗਾ, ਪ੍ਰਕਾਸ਼ ਰੂਪ ਹੋ ਗਿਆ ਤੇ ਮਨ ਦੇ ਦੀਦਾਰ ਕਰ ਲਏਗਾ, ਸੱਚਾ ਨਾਮ ਪ੍ਰਗਟ ਹੋ ਜਾਏਗਾ, ਮਾਲਕ ਆਪ ਪ੍ਰਗਟ ਹੋ ਜਾਏਗਾ। ਪਹਿਲਾਂ ਆਪਣੇ ਆਪ ਦੀ ਪਹਿਚਾਣ ਕਰ, ਪਹਿਲਾਂ ਆਪਣੇ ਮਨ ਨੂੰ ਤੇ ਨਿਰਮਲ ਕਰ। ਮਨ ਨਿਰਮਲ ਨਹੀਂ ਜਿੰਨਾ ਚਿਰ ਹੁੰਦਾ ਉਹਨਾਂ ਚਿਰ ਤੱਕ ਅਸੀਂ ਮਾਲਕ ਨੂੰ ਨਹੀਂ ਮਿਲ ਸਕਦੇ। ਇਸ ਕਰਕੇ ਗੁਰੂ ਪਿਆਰੇ ਪਾਤਸ਼ਾਹ ਨੇ ਬਾਣੀ 'ਚ ਕਿਹਾ ਕਿ ਨਦਰੀ ਮਨ ਨਿਰਮਲ ਹੋਏ, ਨਦਰਾਂ ਦੇ ਦੁਆਰਾ ਹੀ ਮਨ ਨੂੰ ਨਿਰਮਲ ਕੀਤਾ ਜਾ ਸਕਦਾ ਹੈ। ਨਹੀਂ ਤੇ ਫਿਰ ਉਸ ਬੰਦੇ ਨਾਲ ਨਾਇਨਸਾਫੀ ਹੋ ਗਈ। ਜਿਹੜਾ ਬੰਦਾ ਗੂੰਗਾ ਵਿਚਾਰਾ, ਉਹ ਮੈਲ ਚੜ੍ਹ ਹੀ ਜਾਏਗਾ ਤਾਂ ਉਹਦੀ ਉਤਰਨੀ ਨਹੀਂ। ਫਿਰ ਜਿਹੜੇ ਬੰਦੇ ਨੂੰ ਕੰਨਾਂ ਨਾਲ ਸੁਣਦਾ ਨਹੀਂ, ਉਹਦੇ ਨਾਲ ਵੀ ਨਾਇਨਸਾਫੀ ਹੋ ਗਈ। ਸਿਰਫ ਉਹੀ ਇਨਸਾਨ ਜਿਹਨੂੰ ਦਿਖਦਾ ਨਹੀਂ ਹੈ, ਉਹਦਾ ਨਾਤਾ ਸੰਸਾਰ ਤੋਂ ਟੁੱਟਿਆ, ਉਹਦੀ ਗੰਢ ਪਈ ਨਹੀਂ ਸੰਸਾਰ ਨਾਲ। ਤੇ ਸਾਡੇ ਨੇਤਰ ਹੀ ਦੇਖ ਦੇਖ ਕੇ ਸੰਸਾਰ ਦੇ ਨਾਲ ਸਾਡੀ ਗੰਢ ਪਵਾ ਦਿੰਦੇ ਆ, ਸੰਸਾਰ ਦੇ ਮੋਹ ਵਿੱਚ ਪਾ ਦਿੰਦੇ ਆ। ਅਸੀਂ ਇਹਨਾਂ ਨੇਤਰਾਂ ਨੂੰ ਆਪਣੇ ਵੱਸ 'ਚ ਕਰਕੇ ਸੰਸਾਰ ਤੋਂ ਗੰਢ ਤੋੜ ਕੇ ਮਾਲਕ ਨਾਲ ਆਪਣੀ ਗੰਢ ਪਾਉਣੀ ਹੁੰਦੀ ਹੈ। ਤੇ ਜਿਹੜਾ ਬੰਦਾ ਅੰਨਾ ਹੈ, ਉਹਦੀ ਕੋਈ ਸੰਸਾਰ ਨਾਲ ਗੰਢ ਨਹੀਂ ਪੈਂਦੀ। ਸਰੀਰ ਉਹਦਾ ਸੰਸਾਰ ਦੇ ਵਿੱਚ ਪਿਆ, ਪਰ ਉਹ ਸੰਸਾਰ 'ਚ ਕਿਸੇ ਨੂੰ ਵੀ ਨਹੀਂ ਜਾਣਦਾ ਸਿਵਾਏ ਉਸ ਪਰਮਾਤਮਾ ਤੋਂ। ਇਸ ਕਰਕੇ ਥੋੜਾ ਬਰੀਕੀ ਦਾ ਕਨਸੈਪਟ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਇਹ ਮਾਲਕ ਆਪ ਜਿਹਦੇ ਤੇ ਕਿਰਪਾ ਕਰੇ, ਇਹੀ ਇੱਕ ਭਗਤੀ ਦਾ ਤਰੀਕਾ ਹੈ। ਪਾਤਸ਼ਾਹ ਬਾਰ-ਬਾਰ ਕਹਿ ਰਹੇ ਆ ਕਿ ਚੰਦ ਸੂਰਜ ਕੀ ਪਾਏ ਗੰਢ। ਇਹਨਾਂ ਨੇਤਰਾਂ ਦੀ ਅਸੀਂ ਗੰਢ ਪਾਉਣੀ ਹੈ, ਇਹਨਾਂ ਨੇਤਰਾਂ ਦੇ ਵਿੱਚ ਉਹ ਸੁਰਮਾ ਪਾਉਣਾ ਹੈ। ਇਹਨਾਂ ਨੇਤਰਾਂ ਨੂੰ ਅਸੀਂ ਸਮ ਕਰਨਾ ਹੁੰਦਾ ਹੈ ਤਾਂ ਜੋ ਅਸੀਂ ਉਸ ਮਾਲਕ ਨੂੰ ਦੇਖ ਸਕੀਏ। ਇਹ ਗੁਰੂ ਪਿਆਰਿਓ, ਅਸੀਂ ਤਰੀਕਾ ਬਾਣੀ 'ਚੋਂ ਸਿੱਖ ਸਕਦੇ ਹਾਂ। ਉਹਨਾਂ ਗੁਰਮੁਖਾਂ ਕੋਲੋਂ ਜਿਹੜੇ ਸੱਚ ਨੂੰ ਕਮਾ ਰਹੇ ਆ, ਜਿਹੜੇ ਸੱਚ 'ਚ ਸਮਾਏ ਆ, ਉਹਨਾਂ ਕੋਲੋਂ ਅਸੀਂ ਸਿੱਖ ਸਕਦੇ ਹਾਂ। ਇਸ ਕਰਕੇ ਵੱਡੀ ਗੱਲ ਇਹ ਹੈ ਕਿ ਸਭ ਕੁਝ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ। ਜਦੋਂ ਅਸੀਂ ਇਸ ਮਨ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹਾਂ, ਜਦੋਂ ਮਾਲਕ ਦੀ ਪੂਰਨ ਕਿਰਪਾ ਹੋ ਜਾਂਦੀ, ਜਦੋਂ ਪਾਤਸ਼ਾਹ ਕਹਿੰਦੇ ਆ ਮਨ ਵਸ ਆਵੇ ਨਾਨਕਾ, ਜਾਂ ਪੂਰਨ ਕਿਰਪਾ ਹੋਏ, ਜਦੋਂ ਇਹ ਸਾਡੇ ਨੇਤਰਾਂ ਦੁਆਰਾ ਵੱਸ ਵਿੱਚ ਆ ਜਾਂਦਾ, ਫਿਰ ਇਹ ਜਿਹੜਾ ਸਰੀਰ ਹੈ ਗੁਰੂ ਪਿਆਰੇ, ਇਹ ਵੀ ਉਹੀ ਕਰਦਾ ਜੋ ਮਾਲਕ ਇਹਦੇ ਕੋਲ ਕਰਾਉਂਦਾ ਹੈ। ਆਪਣੇ ਆਪ ਹੀ ਰਸਨਾ ਫਿਰ ਉਸ ਮਾਲਕ ਦੇ ਗੁਣ ਗਾਏ, ਕਿਉਂਕਿ ਪਰਮੇਸ਼ਰ ਆਪ ਫਿਰ ਇਸ ਰਸਨਾ ਤੇ ਬਹਿ ਕੇ ਬੋਲਦਾ ਹੈ। ਸੋ ਇਹ ਕਿਰਪਾ ਸਾਡੇ ਤੇ ਮਾਲਕ ਨੇ ਕਰਨੀ ਹੈ। ਮਾਲਕ ਸਭ ਤੇ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।